ਸਾਹਿਬ ਦੇ ਬਸਤਰ ਉੱਥੇ ਧੋਵਾਂਗੇ। ਪਰ ਮਹਾਰਾਜ ਮੈਨੂੰ ਨਗਰ ਦੇ ਚੌਹਾਂ ਤਰਫਾਂ ਤੋਂ ਭਾਲ ਕਰਨ ਦੇ ਬਾਵਜੂਦ ਵੀ ਨਿਰਮਲ ਪਾਣੀ, ਕਿਤੇ ਸਾਫ਼ ਪਾਣੀ ਨਹੀਂ ਮਿਲ ਸਕਿਆ। ਕੋਸ਼ਿਸ਼ ਨੀਤ ਉਤਾਰਤ ਹੋ ਇਕਠੀ ਮਮ ਤੀਰ ਭਈ ਸਮੁਦਾਈ। ਇਸ ਲਈ ਮਹਾਰਾਜ ਅਜੇ ਤੁਹਾਡੇ ਕੁਛ ਬਸਤਰ ਜਿਹੜੇ ਤੁਸੀਂ ਉਤਾਰੇ ਹੋਏ ਨੇ ਨਾ, ਉਹ ਮੇਰੇ ਕੋਲ ਪਏ ਵੀ ਨੇ, ਇਸੇ ਕਰਕੇ ਧੋਣ ਖੁਣੋਂ ਪਏ ਨੇ, ਕਿਉਂਕਿ ਮੈਨੂੰ ਨਿਰਮਲ ਪਾਣੀ ਕਿਤੇ ਸਾਫ਼ ਨਜ਼ਰ ਨਹੀਂ ਆਇਆ। ਤੇ ਮੈਂ ਦੁਚਿੱਤੀ ਵਿੱਚ ਸਾਂ ਵੀ ਕਿਤੇ ਨਿਰਮਲ ਪਾਣੀ ਮਿਲੇ ਤੇ ਉਥੇ ਗੁਰੂ ਸਾਹਿਬ ਜੀ ਦੇ ਪੁਸ਼ਾਕੇ ਧੋਣ ਦੀ ਸੇਵਾ ਕਰੀਏ। ਆਪ ਕਰੋ ਅਬ ਆਏ ਯਹਾਂ ਬਿਦ ਤਿਉ ਕਰਹੁ ਪਟ ਹੇਤ ਉਪਾਈ। ਇਸ ਲਈ ਮਹਾਰਾਜ ਵੀ ਮੈਂ ਤਾਂ ਤੁਹਾਡੇ ਚਰਨਾਂ ਵਿੱਚ ਅਰਜ਼ ਕਰਨ ਲਈ ਪਹੁੰਚਿਆ ਵੀ ਹੁਣ ਤੁਸੀਂ ਕੋਈ ਮਿਹਰ ਕਿਰਪਾ ਕਰੋ ਤਾਂ ਜੋ ਇਹ ਨੇਤਾ ਪ੍ਰਤੀ ਜਿਹੜੀ ਸਮੱਸਿਆ ਮਨੁੱਖਤਾ ਦੇ ਸਾਹਮਣੇ ਆ, ਇਹਦਾ ਕੋਈ ਹੱਲ ਹੋ ਸਕੇ। ਸ੍ਰੀ ਕਲਗੀਧਰ ਬੇਨਤੀ ਕੋ ਸੁਨ ਸੈਲ ਸਮੀਪ ਗਏ ਤਿਸ ਥਾਈ। ਮੇਰੇ ਸਤਿਗੁਰਾਂ ਨੇ ਇਸ ਧੋਬੀ ਦੀ ਪਿਆਰ ਭਰੀ ਬੇਨਤੀ ਨੂੰ ਸੁਣ ਕੇ ਨਾ, ਤੇ ਨਜ਼ਦੀਕ ਹੀ ਇੱਕ ਪਹਾੜ ਸੀ, ਉਸ ਪਹਾੜੀ ਦੇ ਹਜ਼ੂਰ ਕੋਲ ਪੁੱਜੇ ਹਨ। ਸੰਗ ਕਿਰਪਾਲ ਹੈ ਮਾਨਵ ਜਾਲ ਹੈ ਧੋਬੀ ਸੋ ਨਾਲ ਹੈ ਜਾਏ ਜਨਾਈ। ਮੇਰੇ ਸਤਿਗੁਰੂ ਸਾਹਿਬ ਜੀ ਦੇ ਨਾਲ ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਵੀ ਨਾਲ ਨੇ। ਇਸ ਤੋਂ ਇਲਾਵਾ ਭਾਈ ਸਾਹਿਬ ਕਹਿੰਦੇ ਨੇ ਸੰਗ ਕਿਰਪਾਲ ਹੈ ਮਾਲਮ ਜਾਲ ਹੈ। ਅਨੇਕਾਂ ਹੋਰ ਜਗਿਆਸੂ ਸੰਗਤਾਂ ਵਿੱਚੋਂ ਸਿੱਖ ਵੀ ਨਾਲ ਨੇ, ਮਾਮਾ ਕਿਰਪਾਲ ਚੰਦ ਜੀ ਵੀ ਨਾਲ ਨੇ, ਔਰ ਧੋਬੀ ਸੋ ਨਾਲ ਹੈ ਜਹ ਜਾਣਾਈ। ਔਰ ਉਹ ਧੋਬੀ ਵੀ ਸਤਿਗੁਰੂ ਸਾਹਿਬ ਜੀ ਦੇ ਨਾਲ ਹੈ, ਜਿਨਨੇ ਇਸ ਬੜੀ ਵੱਡੀ ਮੁਸ਼ਕਲ ਦੇ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਸੰਗੋ ਕੇ ਹਾਥ ਹੁਤੋ ਬਰਛਾ ਫਲ ਤੀਛਨ ਭੀਸ਼ਣ ਮਾਨ ਫਨੀ। ਭਾਈ ਸੰਗੋ ਸ਼ਾਹ ਜੋ ਸਤਿਕਾਰਯੋਗ ਬੀਬੀ ਵੀਰੋ ਜੀ ਹੋਰਾਂ ਦੇ ਸੁਪੁੱਤਰ ਨੇ, ਔਰ ਉਹਨਾਂ ਦੇ ਹੱਥ ਵਿੱਚ ਇੱਕ ਬਰਛਾ ਸੀ, ਗੁਰਮੁਖੋ ਬਰਛਾ। ਹੋ ਸਕਦਾ ਇਹਨੂੰ ਵੱਖ-ਵੱਖ ਕੌਮਾਂ ਦੇ ਵਿੱਚ ਵੱਖ-ਵੱਖ ਨਾਵਾਂ ਦੇ ਨਾਲ ਇਹਦੇ ਹੋਰ ਵੀ ਨਾਮ ਹੋਣ, ਕੋਈ ਵੱਡੀ ਗੱਲ ਨਹੀਂ ਹੈ। ਪਰ ਇਹਨੂੰ ਅਸੀਂ ਜੋ ਸਿੱਖ ਪਰੰਪਰਾ ਜਾਂ ਸਿੱਖ ਇਤਿਹਾਸ ਦੇ ਵਿੱਚ ਇਸ ਸ਼ਸਤਰ ਨੂੰ ਬੁਲਾਇਆ ਜਾਂਦਾ ਹੈ, ਉਹ ਬਰਛਾ ਜਾਂ ਨੇਜਾ ਜਾਂ ਪਾਲਾ, ਇਹ ਤਿੰਨ ਕੁ ਨਾਮ ਅਕਸਰ ਬੋਲੇ ਜਾਂਦੇ ਆ। ਔਰ ਸਾਡੇ ਨਿਹੰਗ ਸਿੰਘਾਂ ਦੇ ਹੱਥ ਵਿੱਚ ਅਕਸਰ ਤੁਸੀਂ ਵੇਖੋਗੇ ਵੀ 5 ਫੁੱਟ 6 ਫੁੱਟ ਦੀ ਵਾਂਸ ਦੀ ਡਾਂਗ ਹੁੰਦੀ ਹੈ, ਉਹਦੇ ਐਨ ਸ਼ਿਖਰ ਤੇ ਦੋਹਾਂ ਪਾਸੇ ਨੁਕੀਲਾ ਤਿੱਖਾ ਲੋਹੇ ਦੀ ਫਾਲ ਦਾ ਇੱਕ ਸ਼ਸਤਰ ਲੱਗਾ ਹੁੰਦਾ ਹੈ, ਤਿੱਖਾ ਸ਼ੁਰੇਨੁਮਾ, ਔਰ ਉਹਦੇ ਹੇਠਾਂ ਵੀ ਦੋਨੋਂ ਪਾਸੋਂ ਲੱਗਾ ਹੁੰਦਾ ਹੈ, ਵਿੱਚ ਉਹ ਲੱਕੜ ਦੀ ਡਾਂਗ ਹੀ ਹੈ। ਔਰ ਉਹਨੂੰ ਨੇਜਾ ਵੀ ਬੋਲ ਦਿੰਦੇ ਆ, ਬਰਛਾ ਵੀ ਬੋਲ ਦਿੰਦੇ ਆ, ਭਾਲਾ ਵੀ। ਤੇ ਮੈਂ ਬੇਨਤੀ ਕੀਤੀ ਵੀ ਹੋ ਸਕਦਾ ਵੀ ਹੋਰਨਾਂ ਕਮਿਊਨਿਟੀਆਂ ਵਿੱਚ ਇਹਨੂੰ, ਇਸ ਸ਼ਸਤਰ ਨੂੰ ਹੋਰਨਾਂ ਨਾਵਾਂ ਦੇ ਨਾਲ ਵੀ ਬੁਲਾਇਆ ਜਾਂਦਾ ਹੋਏਗਾ। ਭਾਈ ਸੰਗੋ ਸ਼ਾਹ ਦੇ ਹੱਥ ਵਿੱਚ ਬਰਛਾ ਸੀ। ਸ੍ਰੀ ਕਲਗੀਧਰ ਹਾਥ ਮੈਂ ਲੀਨ ਪਰਮਾਏ ਕੇ ਨੀਚੇ ਕੋ ਆਨ ਕਿਨੀ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸੰਗੋ ਸ਼ਾਹ ਤੋਂ ਉਹ ਬਰਛਾ ਆਪਣੇ ਹੱਥ ਵਿੱਚ ਲਿਆ ਹੈ, ਤੇ ਭਾਈ ਸਾਹਿਬ ਕਹਿੰਦੇ ਨੇ ਪਰਮਾਏ ਕੇ ਨੀਚੇ ਕੋ ਕੀਨ ਅਨੀ। ਉਹਦਾ ਜਿਹੜਾ ਉਤਲਾ ਸਿਰਾ ਸੀ ਨਾ, ਨੁਕੀਲਾ ਨੋਕ ਵਾਲਾ ਤਿੱਖਾ, ਉਹਨੂੰ ਆਪਣੇ ਹੱਥ ਵਿੱਚ ਇਉਂ ਫੜਿਆ ਕਿ ਤਿੱਖਾ ਨੁਕੀਲਾ ਹਿੱਸਾ ਜ਼ਮੀਨ ਵਾਲੇ ਪਾਸੇ ਕਰਕੇ। ਦੇਖਤ ਹੈ ਚਹੁ ਔਰ ਘਨੇ ਜਨ ਤੋਲ ਕੇ ਓਜ ਤੇ ਭੂਮ ਹਨੀ। 4 ਸਫੇਰੇ ਤੋਂ ਗੁਰੂ ਪਿਆਰ ਵਾਲੇ ਸਿੱਖ ਸਤਿਗੁਰੂ ਸਾਹਿਬ ਜੀ ਨੂੰ ਤੱਕ ਰਹੇ ਨੇ, ਤੇ ਮਹਾਰਾਜ ਨੇ ਉਸ ਬਰਛੇ ਨੂੰ ਨੁਕੀਲਾ ਪਾਸਾ ਜ਼ਮੀਨ ਵਾਲੇ ਪਾਸੇ ਕਰਕੇ ਨਾ, ਤੇ ਪੂਰੇ ਬਲ ਦੇ ਨਾਲ, ਪੂਰੇ ਜ਼ੋਰ ਦੇ ਨਾਲ ਉਸ ਬਰਛੇ ਨੂੰ ਧਰਤੀ ਅੰਦਰ ਇਸ ਕਦਰ ਗੱਡ ਦਿੱਤਾ ਹੈ। ਦੀਹ ਗੱਡਿਓ ਦੇ ਠਾਡ ਭਇਓ ਤਬ ਸ਼੍ਰੀ ਮੁਖ ਤੇ ਸਭ ਸੰਗ ਭਨੀ। ਜਦੋਂ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਉਸ ਬਰਛੇ ਨੂੰ ਜ਼ਮੀਨ ਵਿੱਚ ਧਰਤੀ ਦੇ ਅੰਦਰ ਖੋਬ ਦਿੱਤਾ, ਗੱਡ ਦਿੱਤਾ, ਤਾਂ ਸਾਰਿਆਂ ਨੇ ਜਦੋਂ ਸਨਿਮਰ ਬੇਨਤੀ ਕੀਤੀ ਹੈ, ਐਚ ਨਿਕਸੋ ਓਜ ਪ੍ਰਕਾਸ਼ੋ ਨੀਰ ਭਲੋ ਨਿਕਸੈ ਇਸ ਨੀਚੇ। ਮਹਾਰਾਜ ਨੇ ਫਿਰ ਉਸ ਬਰਛੇ ਨੂੰ ਧਰਤੀ ਵਿੱਚ ਗੱਡਿਆ ਹੀ ਰਹਿਣ ਦਿੱਤਾ, ਔਰ ਬਾਕੀ ਸਿੱਖਾਂ ਨੂੰ ਬੇਨਤੀ ਕੀਤੀ ਵੀ ਸਿੱਖੋ ਹੁਣ ਇਸ ਬਰਛੇ ਨੂੰ ਜ਼ਮੀਨ ਚੋਂ ਖਿੱਚ ਲਓ, ਤੇ ਜਦੋਂ ਖਿੱਚੋਗੇ ਇਥੋਂ ਪਰਲ ਪਰਲ ਕਰਦੇ ਜਿਹੜੇ ਚਸ਼ਮੇ ਪਾਣੀ ਦੇ ਫੁਹਾਰੇ ਆ,
ਉਹ ਵਹਿ ਤੁਰਨਗੇ। ਸੰਗੋ ਤੁਰੰਗ ਤੇ ਜਯੋ ਉਤਾਰਿਓ ਬਲ ਧਾਰ ਵਿਸਾਲ ਕੋ ਉਪਰ ਖੀਚੇ। ਭਾਈ ਸੰਗੋ ਸ਼ਾਹ ਜਿਹੜੇ ਉਮਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਨਾਲੋਂ ਵੱਡੇ ਨੇ, ਇਹ ਜਦੋਂ ਦਾ ਇਤਿਹਾਸ ਚੱਲ ਰਿਹਾ ਹੈ ਨਾ ਮਾਤਾ ਜੀਤ ਕੌਰ ਜੀ ਦੇ ਵਿਆਹ ਦਾ, ਇਸ ਵੇਲੇ ਲਗਭਗ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਉਮਰ 12 ਲਗਭਗ 13 ਕੁ ਸਾਲ ਦੇ ਦਰਮਿਆਨ ਆ, ਜਦੋਂ ਇਹ ਆਨੰਦ ਕਾਰਜ ਦਾ ਇਤਿਹਾਸ ਆਪ ਜੀ ਸਾਂਝਾ ਕਰ ਰਹੇ ਹੋ। ਉਮਰ ਕਰਕੇ ਭਾਈ ਸੰਗੋ ਸ਼ਾਹ ਉਰਾਂ ਨਾਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੇ ਆ। ਭਾਈ ਸੰਗੋ ਸ਼ਾਹ ਜਵਾਨ ਸਨ ਔਰ ਗੁਰੂ ਸਾਹਿਬ ਅਜੇ ਛੋਟੀ ਉਮਰ ਵਿੱਚ ਹੀ ਸਨ। ਔਰ ਕਹਿੰਦੇ ਵੀ ਭਾਈ ਸੰਗੋ ਸ਼ਾਹ ਘੋੜੇ ਤੋਂ ਉਤਰ ਕੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਜਾ ਕੇ ਜ਼ਮੀਨ ਚੋਂ ਉਸ ਬਰਛੇ ਨੂੰ ਬਾਹਰ ਕੱਢਣ ਦੇ ਲਈ ਜ਼ੋਰ ਲਾਉਂਦੇ ਹਨ। ਤਾਂ ਸੋ ਨਾ ਪਟਿਓ ਬਿਸਮਾਏ ਹਟਿਓ ਬੜ ਪਰਾਕਰਮ ਜਾਣ ਲਿਓ ਗੁਰ ਬੀਚੇ। ਜਦੋਂ ਉਸ ਬਰਛੇ ਨੂੰ ਭਾਈ ਸੰਗੋ ਸ਼ਾਹ ਨੇ ਘੋੜੇ ਤੋਂ ਹੇਠਾਂ ਉਤਰ ਕੇ ਜ਼ਮੀਨ ਚੋਂ ਬਾਹਰ ਕੱਢਣ ਲਈ ਉਹ ਖਿੱਚਦੇ ਨੇ, ਜ਼ੋਰ ਲਾਉਂਦੇ ਆ, ਨਹੀਂ ਨਿਕਲ ਰਿਹਾ, ਨਹੀਂ ਪੁੱਟਿਆ ਜਾ ਰਿਹਾ। ਤੇ ਭਾਈ ਸਾਹਿਬ ਹੁਰਾਂ ਨੇ ਜ਼ਿਕਰ ਕੀਤਾ ਹੈ ਕਿ ਉਸ ਵੇਲੇ ਇਹ ਮਨ ਹੀ ਮਨ ਜਾਣ ਗਏ ਭਾਈ ਸੰਗੋ ਸ਼ਾਹ ਕਿ ਗਰੀਬ ਨਵਾਜ ਪਾਤਸ਼ਾਹ ਨੇ ਇਹਨੇ ਬਲ ਨਾਲ ਇਸ ਨੂੰ ਜ਼ਮੀਨ ਵਿੱਚ ਗੱਡਿਆ ਹੈ। ਮੈਂ ਤਨ ਰੂਪਾਨ ਕੋ ਅਬ ਪ੍ਰਾਪਤ ਇਹ ਲਗ ਬੈਸ ਨਹੀਂ ਬਲ ਸੀਚੇ। ਮੈਂ ਭਾਵੇਂ ਗੁਰੂ ਸਾਹਿਬ ਜੀ ਦੇ ਨਾਲੋਂ ਉਮਰ ਕਰਕੇ ਵੱਡਾ ਆ, ਜਵਾਨ ਆ, ਕਰੀਬਨ ਉਹ 30 ਕੁ ਸਾਲ 32 ਦੇ ਹੋਣਗੇ ਭਾਈ ਸੰਗੋ ਸ਼ਾਹ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਮਰ ਕਰਕੇ ਛੋਟੇ ਸਨ। ਔਰ ਭਾਈ ਸੰਗੋ ਸ਼ਾਹ ਮਨ ਵਿੱਚ ਵਿਚਾਰ ਕਰਦੇ ਆ ਵੀ ਮੈਂ ਭਾਵੇਂ ਗੁਰੂ ਸਾਹਿਬ ਨਾਲੋਂ ਉਮਰ ਕਰਕੇ ਵੱਡਾ ਆ, ਜਵਾਨ ਆ, ਗੁਰੂ ਸਾਹਿਬ ਅਜੇ ਉਮਰ ਕਰਕੇ ਭਾਵੇਂ ਸਾਡੇ ਨਾਲੋਂ ਛੋਟੇ ਹਨ। ਹੈ ਕਿ ਅਸਵਾਰ ਗੁਰੂ ਬਲ ਧਾਰ ਉਖਾਰ ਲਿਓ ਬਰਛਾ ਤਤਕਾਲਾ। ਗੁਰੂ ਸਾਹਿਬ ਜੀ ਨੇ ਘੋੜੇ ਦੇ ਉੱਤੇ ਅਸਵਾਰ ਹੋ ਕੇ ਪੂਰੇ ਬਲ ਦੇ ਨਾਲ ਇਸ ਬਰਛੇ ਨੂੰ ਜ਼ਮੀਨ ਵਿੱਚ ਗੱਡਿਆ ਸੀ। ਤੇ ਜਦੋਂ ਉਹਨਾਂ ਕੋਲ ਸੰਗੋ ਸ਼ਾਹ ਕੋਲੋਂ ਨਹੀਂ ਪੁੱਟਿਆ ਗਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਫਿਰ ਘੋੜੇ ਤੇ ਅਸਵਾਰ ਹੋਏ ਤੇ ਹਜ਼ੂਰ ਨੇ ਜਾ ਕੇ ਉਹ ਜਿੱਥੇ ਬਰਛੇ ਨੂੰ ਗੱਡਿਆ ਹੋਇਆ ਉਹਦੇ ਨਜ਼ਦੀਕ ਘੋੜਾ ਕਰਕੇ ਉਸ ਬਰਛੇ ਨੂੰ ਆਪਣੇ ਹੱਥ ਨਾਲ ਜ਼ਮੀਨ ਵਿੱਚੋਂ ਬਾਹਰ ਖਿੱਚਿਆ। ਤਾਂ ਫਲ ਟੂਟਿਓ ਨਹੀਂ ਦਿਦ ਜੂਟਿਓ ਤਥਾ ਜਲ ਛੂਟਿਓ ਬੜਾ ਤਹ ਤੇ ਬਹਿ ਚਾਲਾ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਫਲ ਟੂਟਿਓ ਨਹੀਂ। ਫਲ ਕਿਹਾ ਜਾਂਦਾ ਜਿਹੜਾ ਉਹਦੇ ਅੱਗੇ ਨੁਕੀਲਾ ਲੋਹੇ ਦਾ ਕਰੀਬਨ ਸਾਡੇ ਹੱਥ ਦੀ ਗਿੱਠ ਦੇ ਨਾਲੋਂ ਥੋੜਾ ਜਿਹਾ ਜ਼ਿਆਦਾ ਲੋਹੇ ਦਾ ਇੱਕ ਬੜਾ ਨੁਕੀਲਾ ਤੇਜ਼ ਭਾਲਾ ਲੱਗਾ ਹੁੰਦਾ ਹੈ। ਨੁਕੀਲਾ ਲੋਹੇ ਦੀ ਚੰਗੇ ਕਮਾਏ ਹੋਏ ਫੁਲਾਦੀ ਲੋਹੇ ਦਾ, ਐਵੇਂ ਨਹੀਂ ਵੀ ਅਸੀਂ ਤੁਸੀਂ ਮਾਰਾਂਗੇ ਉਹ ਮੁੜ ਜਾਏਗਾ, ਇਦਾਂ ਨਹੀਂ। ਬਕਾਇਦਾ ਨੇਜੇ ਬਰਛੇ ਦੇ ਮਾਮਲੇ ਵਿੱਚ ਇਹ ਕੋਈ ਐਵੇਂ ਨਹੀਂ ਸੀ, ਇਹ ਜੰਗੀ ਹਥਿਆਰ ਸੀ ਔਰ ਲੋੜ ਪੈਣ ਤੇ ਇਹ ਕੰਮ ਵੀ ਆਉਂਦਾ ਸੀ। ਜਦੋਂ ਬਾਕੀ ਦੇ ਹਥਿਆਰ ਜਵਾਬ ਦੇ ਜਾਂਦੇ ਸਨ ਤੇ ਫਿਰ ਨੇਜੇ ਨਾਲ ਦੁਸ਼ਮਣ ਦੇ ਨਾਲ ਲੜਿਆ ਜਾਂਦਾ ਸੀ। ਤੋ ਇੰਨਾ ਮਜ਼ਬੂਤ ਉਸ ਫੁਲਾਦੀ ਲੋਹੇ ਦੇ ਨਾਲ ਇਹਨੂੰ ਬਣਾਇਆ ਜਾਂਦਾ ਸੀ ਵੀ ਜੇ ਪਹਾੜ ਦੇ ਵਿੱਚ ਵੀ ਗੱਡਿਆ ਜਾਏ ਨਾ, ਨੁਕੀਲੀ ਪਥਰੀਲੀ ਧਰਤੀ ਵਿੱਚ, ਤੇ ਮੁੜਦਾ ਨਹੀਂ ਸੀ, ਟੁੱਟਦਾ ਨਹੀਂ ਸੀ। ਤੇ ਇਸ ਕਦਰ ਜਦੋਂ ਹਜ਼ੂਰ ਨੇ ਉਸ ਗੱਡੇ ਹੋਏ ਨੇਜੇ ਨੂੰ ਬਰਛੇ ਨੂੰ ਜ਼ਮੀਨ ਵਿੱਚੋਂ ਬਾਹਰ ਖਿੱਚਿਆ ਤਾਂ ਇੱਕ ਦੂਸਰੇ ਭਰਾਂਤ ਧਰੀ ਚਿਤ ਮੈਂ ਜੁਗ ਹਾਥ ਕੇ ਜੋਰ ਤੇ ਨੇਤ ਲਿਕਾਲਾ। ਉਸ ਵੇਲੇ ਫਿਰ ਨਿਰਮਲ ਜਲ ਦਾ ਗੁਰਮਖੋ ਇੱਕ ਨਹੀਂ, ਬਰਛਾ ਗੱਡਣ ਨਾਲ ਉਥੋਂ 2 ਫੁਹਾਰੇ ਨਿਰਮਲ ਜਲ ਦੇ ਪਹਾੜ ਦੇ ਵਿੱਚੋਂ, ਜਿਵੇਂ ਪ੍ਰਣਾਲੇ ਵਹਿ ਤੁਰਦੇ ਆ ਨਾ, ਮੀਂਹ ਪੈਂਦਾ ਆ ਤਾਂ ਪ੍ਰਣਾਲਿਆਂ ਚੋਂ ਪਾਣੀ, ਇਸੇ ਤਰ੍ਹਾਂ ਹਜ਼ੂਰ ਨੇ ਜਦੋਂ ਉਹ ਬਰਛਾ ਜ਼ਮੀਨ ਦੇ ਵਿੱਚੋਂ ਬਾਹਰ ਖਿੱਚਿਆ ਤੇ ਉਥੋਂ ਇਸ ਕਦਰ 2 ਪਾਣੀ ਦੇ ਨਿਰਮਲ ਚਸ਼ਮੇ ਵਹਿ ਤੁਰੇ। ਮਨ ਜਾਨ ਪ੍ਰਭੂ ਪਨ ਭੂਮ ਹਨਿਓ ਤਬ ਪਾਥਰ ਫੋਰ ਧਸਿਓ ਸੋ ਵਿਸਾਲਾ। ਇਸ ਤਰ੍ਹਾਂ ਮਾਨੋ ਸੰਗਤਾਂ ਦੇ ਮਨ ਵਿੱਚ ਹੁਣ ਵਿਚਾਰ ਸੀ ਵੀ ਗੁਰੂ ਸਾਹਿਬ ਨੇ ਤਾਂ ਮਾਨੋ ਪੱਥਰ ਨੂੰ ਚੀਰ ਕੇ ਇਸ ਬਰਛੇ ਨੂੰ ਜ਼ਮੀਨ ਅੰਦਰ ਗੱਡ ਦਿੱਤਾ ਹੈ, ਧਸਾ ਦਿੱਤਾ ਹੈ, ਔਰ ਜਿਉਂ ਹੀ ਹਜ਼ੂਰ ਨੇ ਖਿੱਚਿਆ ਤੇ ਇੱਥੇ ਨਿਰਮਲ ਜਲ ਦਾ ਚਸ਼ਮਾ ਵਹਿ ਤੁਰਿਆ ਹੈ। ਦੂਸਰੇ ਸਾਥ ਕਹਿਓ ਲਿਹੁ ਐਚ ਸੁਨਿਓ ਤਤਕਾਲ ਗਇਓ ਬਲ ਲਾਏ। ਇਸ ਤਰ੍ਹਾਂ ਜਿਨ੍ਹਾਂ ਪਿਆਰ ਵਾਲਿਆਂ ਸਿੱਖਾਂ ਭਾਈ ਸੰਗੋ ਸ਼ਾਹ ਵਰਗਿਆਂ ਨੇ ਆਪਣੇ ਵੱਲੋਂ ਬਲ ਨਾਲ ਉਸ ਬਰਛੇ ਨੂੰ ਭਾਵੇਂ ਪੁੱਟਣਾ ਚਾਹਿਆ ਸੀ,
ਪਰ ਭਾਈ ਸੰਘੋ ਸ਼ਾਹ ਵਰਗਿਆਂ ਤੋਂ ਜਦੋਂ ਵਰਸ਼ਾ ਨਾ ਪੁੱਟਿਆ ਗਿਆ ਤਾਂ ਦੋਨੋਂ ਹਾਥਨ ਪੈਰ ਜਮਾਏ, ਨਿਕਸਾਨ ਚਾਹੇ ਨਹੀਂ ਨਿਕਸਾਏ। ਆਪਣੇ ਵੱਲੋਂ ਭਾਵੇਂ ਉਹਨਾਂ ਨੇ ਪੂਰੇ ਬਲ ਨਾਲ ਜ਼ਮੀਨ ਦੇ ਉੱਤੇ ਦੋਨੇ ਪੈਰ ਜਮਾ ਕੇ ਤੇ ਦੋਨਾਂ ਹੱਥਾਂ ਨਾਲ ਖਿੱਚਣਾ ਚਾਹਿਆ ਸੀ, ਪਰ ਤਦ ਵੀ ਨਹੀਂ ਸੀ ਪੁੱਟਿਆ ਗਿਆ। ਫੇਰ ਹਟਿਓ ਮੁਖ ਕੀਨ ਤਰੇ ਕਹੋ, ਸ੍ਰੀ ਗੁਰੂ ਪ੍ਰਕਾਰਮ ਤੇ ਬਿਸਮਾਏ। ਇਹ ਸਾਰਾ ਕੁਝ ਵੇਖ ਕੇ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਪ੍ਰਸੰਨ ਹੋ ਰਹੇ ਸਨ ਤੇ ਸੰਗਤਾਂ ਦੇ ਮਨ ਵਿੱਚ ਹੈਰਾਨਗੀ ਸੀ। ਦੇਖ ਕਿਰਪਾਲ ਸੋ ਮਾਤੁਲ ਨੇ ਵਡਿਆਈ ਜਨਾਏ ਭਲੇ ਸਮਝਾਏ। ਇਸ ਤਰ੍ਹਾਂ ਭਾਈ ਸਾਹਿਬ ਲਿਖਦੇ ਨੇ ਕਿ ਮਾਮਾ ਕਿਰਪਾਲ ਚੰਦ ਉਹਨਾਂ ਨੇ ਮੇਰੇ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਦੀ ਉਪਮਾ ਵਿੱਚ ਕੁਝ ਬਚਨ ਇਸ ਕਦਰ ਕਹਿਣਾ ਕੀਤੇ। ਆਪ ਤੁਰੰਗ ਪੈ ਹਾਥਨ ਸਾਥ, ਨਿਕਾਸਨ ਕੀਨ ਛੁਟੀ ਜਲ ਧਾਰਾ। ਜਦੋਂ ਮੇਰੇ ਸਤਿਗੁਰਾਂ ਨੇ ਆਪਣੇ ਹੱਥ ਦੇ ਨਾਲ ਘੋੜੇ ਤੇ ਚੜ੍ਹ ਕੇ ਇਸ ਬਰਛੇ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ ਸੀ ਤੇ ਉਥੋਂ ਇੱਕ ਨਹੀਂ ਦੋ ਨਿਰਮਲ ਜਲ ਦੀਆਂ ਧਾਰਾਂ, ਦੋ ਪਾਣੀ ਦੇ ਚਸ਼ਮੇ ਵਹਿ ਤੁਰੇ ਸਨ। ਦੌਨ ਤੇ ਨਿਰਮਲ ਨੀਰ ਚਲਿਓ, ਅਬ ਲੋਕ ਅਚੰਭ ਸਬੈ ਤਬ ਧਾਰਾ। ਹੁਣ ਤੱਕ ਭਾਈ ਸਾਹਿਬ ਕਹਿੰਦੇ ਵੀ ਉਸ ਦੌਣ ਉਸ ਇਲਾਕੇ ਦੇ ਵਿੱਚ ਨਾ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਵਰਸ਼ਾ ਗੱਡਿਆ ਸੀ ਤੇ ਨਿਰਮਲ ਜਲ ਵਹਿ ਤੁਰਿਆ, ਹੁਣ ਤੀਕ ਮਹਾਰਾਜ ਦੀ ਕਿਰਪਾ ਨਾਲ ਉਥੋਂ ਇਹ ਨਿਰਮਲ ਜਲ ਅਜੇ ਵੀ ਨਿਰੰਤਰ ਵਹਿ ਰਿਹਾ ਹੈ। ਜਿਉ ਜਲ ਹੋਇ ਸਲਿਤਾ ਵੱਡ ਕੋ, ਕਿਤ ਤੇ ਇਹੋ ਆਵਤ ਬੇਗ ਉਦਾਰਾ। ਮਾਨੋ ਇਸ ਤਰ੍ਹਾਂ ਉਹ ਪਾਣੀ ਦਾ ਚਸ਼ਮਾ ਵਹਿ ਰਿਹਾ ਸੀ ਵੀ ਜਿਵੇਂ ਕਿਸੇ ਨਦੀ ਦਰਿਆ ਦੇ ਵਿੱਚੋਂ ਵਗਦਾ ਹੋਵੇ, ਇਸ ਤਰ੍ਹਾਂ ਪਹਾੜ ਦੇ ਵਿੱਚੋਂ ਚਸ਼ਮਾ ਪਾਣੀ ਦਾ ਫੁੱਟ ਰਿਹਾ ਸੀ। ਹਾਥ ਪ੍ਰਮਾਨ ਤਸਿਓ ਵਰਸ਼ਾ ਤਿਸ ਤੇ, ਅਬ ਛੂਟ ਚਲਿਓ ਜਲ ਨਾਰਾ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਵੀ ਇਸ ਗੱਲ ਦੀ ਗਵਾਹੀ ਹੈ ਕਿ ਹੁਣ ਤੱਕ ਉਥੋਂ ਪਾਣੀ ਜਿਹੜਾ ਵੱਡੀ ਗਿਣਤੀ ਵਿੱਚ ਜਿੱਥੇ ਗੁਰੂ ਸਾਹਿਬ ਨੇ ਵਰਸ਼ਾ ਮਾਰ ਕੇ ਇਹ ਨਿਰਮਲ ਜਲ ਦਾ ਚਸ਼ਮਾ ਲਾਇਆ ਹੈ, ਉਥੋਂ ਅੱਜ ਤੀਕ ਇਸ ਕਦਰ ਪਾਣੀ ਵਹਿ ਰਿਹਾ ਹੈ। ਮਾਤੁਲ ਬਾਤ ਕਹੀ ਸੁਣੀਏ ਪ੍ਰਭ ਜੂ, ਜੁਗ ਧਾਰ ਚਲੀ ਜਲ ਕੀ। ਮਾਮਾ ਕਿਰਪਾਲ ਚੰਦ ਜੀ ਹੋਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਮਹਾਰਾਜ ਹੁਣ ਦੋ ਧਾਰਾਂ ਤਾਂ ਪਾਣੀ ਦੇ ਦੋ ਚਸ਼ਮੇ ਫੁੱਟ ਪਏ ਨੇ, ਅਸੀਂ ਦਰਸ਼ਨ ਵੀ ਕਰ ਵੇਖ ਵੀ ਰਹੇ ਹਾਂ। ਮਹਾਰਾਜ ਜਦੋਂ ਦੋ ਧਾਰਾਂ ਵਗ ਰਹੀਆਂ ਹਨ ਤਾਂ ਜੀਏ ਆਪ ਤਰਬੈਨੀ ਇਹਾਂ ਦਰਸੈ ਸਭ ਸੰਗਤ ਪਾਛ ਲਗੀ। ਮਹਾਰਾਜ ਇੱਕ ਕਿਰਪਾ ਹੋਰ ਕਰ ਦਿਓ ਵੀ ਇੱਕ ਵਾਰ ਵਰਸ਼ਾ ਮਾਰ ਕੇ ਤੇ ਇੱਕ ਪਾਣੀ ਦਾ ਚਸ਼ਮਾ ਹੋਰ ਵਗਾ ਦਿਓ, ਇੱਥੇ ਤਿੰਨ ਚਸ਼ਮੇ ਪਾਣੀ ਦੇ, ਤਾਂ ਜੋ ਆਉਣ ਵਾਲੀ ਸੰਗਤ ਇੱਥੇ ਦਰਸ਼ਨ ਦੀਦਾਰ ਕਰੇਗੀ। ਸੈਂਕੜੇ ਸੰਬਤ ਚਿੰਨਤ ਹੈ ਹੋਇ, ਇਹ ਸਾਖ ਕਹੈ ਤੁਮਰੇ ਬਲ ਕੀ। ਮਹਾਰਾਜ ਇਹ ਜਗ੍ਹਾ ਤੁਹਾਡੇ ਇਸ ਪਾਵਨ ਧਰਤੀ ਤੇ ਆਉਣ ਦੀ ਗਵਾਹੀ ਭਰੇਗੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਚਰਨ ਇਸ ਧਰਤੀ ਤੇ ਪਏ ਸਨ ਔਰ ਗੁਰੂ ਪਾਤਸ਼ਾਹ ਜੀ ਨੇ ਇੱਥੇ ਇਹ ਬਖਸ਼ਿਸ਼ ਰਹਿਮਤ ਕੀਤੀ ਸੀ ਜੀ। ਵਿਆਹ ਭਿਓ ਸਭ ਲੋਕ ਲਖੈ, ਬਿਥਰੈ ਮਹਿਮਾ ਇਮਯਾ ਥਲ ਕੀ। ਇਸ ਤਰ੍ਹਾਂ ਮਹਾਰਾਜ ਇਸ ਥਾਂ ਦੀ ਤੁਹਾਡੇ ਆਉਣ ਕਰਕੇ ਰਹਿੰਦੀ ਦੁਨੀਆ ਤੱਕ ਮਹਿਮਾ ਇਸ ਲੋਕ ਅੰਦਰ ਪਸਰ ਜਾਵੇਗੀ। ਸ੍ਰੀ ਕਲਗੀ ਧਰ ਹਾਥ ਉਬਾਰ, ਪ੍ਰਹਾਰ ਕਰਿਓ ਪੁਨ ਤੀਸਰ ਬਾਰੀ। ਮਾਮਾ ਕਿਰਪਾਲ ਚੰਦ ਜੀ ਹੁਰਾਂ ਦੀ ਪਿਆਰ ਭਰੀ ਬੇਨਤੀ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਫਿਰ ਇੱਥੇ ਆਪਣੇ ਹੱਥ ਦੇ ਨਾਲ ਇੱਕ ਵਾਰ ਫਿਰ ਵਰਸ਼ੇ ਨੂੰ ਜ਼ਮੀਨ ਦੇ ਵਿੱਚ ਗੱਡਣਾ ਕੀਤਾ ਤਾਂ ਫੇਰ ਨਿਕਾਸਨ ਕੀਨ ਮਹਾਬਲ, ਤੀਨ ਸਥਾਨ ਬਹਿਓ ਬੁਨ ਪਾਰੀ। ਇਸ ਤਰ੍ਹਾਂ ਜ਼ਮੀਨ ਵਿੱਚ ਗੱਡ ਕੇ ਜਦੋਂ ਉਸ ਵਰਸ਼ੇ ਨੂੰ ਪੁੱਟਿਆ ਗਿਆ ਤਾਂ ਭਾਈ ਸਾਹਿਬ ਕਹਿੰਦੇ ਵੀ ਇੱਥੇ ਤੀਜੀ ਵੀ ਨਿਰਮਲ ਪਾਣੀ ਦੀ ਫੁਹਾਰਾ ਚਸ਼ਮਾ ਵਹਿ ਤੁਰਿਆ ਹੈ। ਦੇਖਤ ਸੰਗਤ ਕੇ ਗਨ ਮਾਨਵ, ਬਾਰ ਹੈ ਬਾਰ ਸੇ ਦੇ ਮਨ ਬਾਰੀ। ਇਸ ਤਰ੍ਹਾਂ ਨੇਕਾਂ ਪਿਆਰ ਵਾਲੇ ਜਗਿਆਸੂ ਮੇਰੇ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ ਆਪਣੇ ਨੇਤਰਾਂ ਨਾਲ ਤੱਕ ਰਹੇ ਸਨ। ਹੋਤ ਭਈ ਬਸ ਤੀਰਤ ਕੀਰਤ, ਜਿਉ ਬਹੁਮਾਲਤੀ ਕੀ ਫੁਲਬਾਰੀ। ਇਸ ਤਰ੍ਹਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਕੀਰਤੀ ਮਹਿਮਾ ਇਸ ਪਾਵਨ ਧਰਤੀ ਤੇ ਵੱਧ ਫੁੱਲ ਰਹੀ ਸੀ। ਜਿਵੇਂ ਗੁਰਮੁਖੋ ਫੁੱਲਾਂ ਦੀ ਬਗੀਚੀ ਫੁਲਵਾੜੀ ਹੋਵੇ ਨਾ, ਤੇ ਅਸੀਂ ਤੁਸੀਂ ਦੂਰ ਤੋਂ ਵੀ ਫੁਲਵਾੜੀ ਦੇ ਕੋਲੋਂ ਲੰਘੀਏ ਤੇ ਫੁੱਲਾਂ ਦੀ ਫੁਲਵਾੜੀ ਆਪਣੇ ਹੋਣ ਦਾ ਅਹਿਸਾਸ ਕਰਵਾ ਦਿੰਦੀ, ਆਪਣੀ ਖੁਸ਼ਬੂ, ਆਪਣੀ ਮਹਿਕ, ਆਪਣੀ ਸੁਗੰਧੀ ਦੇ ਦੁਆਰਾ। ਫੁੱਲ ਭਾਵੇਂ ਸਾਡੇ ਤੋਂ ਕੁਝ ਕਦਮ ਦੂਰ ਵੀ ਹੋਣ,
ਪਰ ਉਹਨਾਂ ਫੁੱਲਾਂ ਦੀ ਫੁਲਵਾੜੀ ਦੀ ਖੁਸ਼ਬੂ ਦੂਰੋਂ ਲੰਘਣ ਵਾਲੇ ਨੂੰ ਵੀ ਅਹਿਸਾਸ ਕਰਵਾਉਂਦੀ ਹੈ ਕਿ ਇੱਥੇ ਕਿਤੇ ਨਾ ਕਿਤੇ ਲਾਗੇ ਫੁੱਲਾਂ ਦੀ ਫੁਲਵਾੜੀ ਹੈ। ਇਸੇ ਤਰ੍ਹਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਇਸ ਪਾਵਨ ਨਗਰੀ ਦੇ ਵਿੱਚ ਇਸ ਕਦਰ ਪਸਰ ਰਹੀ ਹੈ। ਸ੍ਰੀ ਮੁਖ ਤੇ ਫੁਰਮਾਵਨ ਕੀਨ ਅਹ ਤੁਬਿਆ ਸਭ ਚੀਰ ਹਮਾਰੇ। ਮੇਰੇ ਸਤਿਗੁਰਾਂ ਨੇ ਫਿਰ ਨਿਕਟ ਖਲੋਤੇ ਹੋਏ ਉਸ ਗੁਰਸਿੱਖ ਧੋਬੀ ਨੂੰ, ਜਿਹੜਾ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਜਾਮੇ ਧੋਣ ਦੀ, ਪੁਸ਼ਾਕੇ ਧੋਣ ਦੀ ਸੇਵਾ ਕਰਦਾ ਆ, ਹਜ਼ੂਰ ਨੇ ਮੁਖਾਰਬਿੰਦ ਤੋਂ ਮੁਸਕਰਾਉਂਦਿਆਂ ਹੋਇਆਂ ਬਚਨ ਕਹੇ ਸਨ ਵੀ ਲਓ ਭਾਈ, ਪਾਣੀ ਦਾ ਇੰਤਜ਼ਾਮ ਹੋ ਗਿਆ ਹੈ ਤੇ ਹੁਣ ਇੱਥੇ ਜਿੰਨੀ ਵਾਰ ਮਰਜ਼ੀ ਧੋਵੋ, ਇਥੋਂ ਹੁਣ ਨਿਰਮਲ ਪਾਣੀ, ਨਿਰਮਲ ਜਲ ਵਹਿੰਦਾ ਹੀ ਰਹੇਗਾ। ਜਾਵਦ ਹੈ ਇਸ ਥਾਨ ਮਝਾਰ ਹੈ, ਤਾਵਦ ਨੀਕ ਹੈ ਲੇਹੁ ਪਖਾਰੇ। ਇਸ ਲਈ ਜਦੋਂ ਵੀ ਇਸ ਥਾਂ ਤੇ ਤੁਸੀਂ ਬਸਤਰ ਧੋਣੇ, ਤੁਹਾਨੂੰ ਨਿਰਮਲ ਪਾਣੀ ਹੀ ਨਜ਼ਰ ਆਵੇਗਾ। ਧੰਨ ਗੁਰੂ ਮੁਖ ਤੇ ਕਹਿ ਕੇ ਸਭ ਪੋਸ਼ਿਸ਼ ਪੋੜ ਧਰੀ ਸੋ ਉਤਾਰੇ। ਇਸ ਤਰ੍ਹਾਂ ਉਸ ਗੁਰਸਿੱਖ ਧੋਬੀ ਨੇ ਧੰਨ ਕਹਿ ਕੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੂੰ ਧੰਨ ਧੰਨ ਕਹਿ ਕੇ ਸਨਮਾਨ ਦਿੰਦਿਆਂ ਮੇਰੇ ਸਤਿਗੁਰੂ ਸਾਹਿਬ ਜੀ ਦੀਆਂ ਪੁਸ਼ਾਕਾਂ ਧੋਣੀਆਂ ਸ਼ੁਰੂ ਕਰ ਦਿੱਤੀਆਂ। ਧੋਵਨ ਲਾਗ ਧਰੇ ਅਨੁਰਾਗ ਕੋ, ਪਗ ਤੇ ਆਦ ਕੀ ਮੈਲ ਬਿਦਾਰੇ। ਇਸ ਤਰ੍ਹਾਂ ਮੇਰੇ ਹਜ਼ੂਰ ਦੇ ਦਸਤਾਰੇ ਨੂੰ, ਪੁਸ਼ਾਕਿਆਂ ਨੂੰ ਧੋਣ ਦੀ ਸੇਵਾ ਇਹ ਪਿਆਰ ਵਾਲਾ ਧੋਬੀ ਕਰ ਰਿਹਾ ਸੀ। ਆਪ ਗਏ ਹੋਇ ਤੁੰਦਨ ਚਾਵਤ, ਦੂਰ ਕਿਤੇਕ ਫਿਰੇ ਹਟ ਆਏ। ਆਪ ਮੇਰੇ ਸਤਿਗੁਰ ਜੀ ਬਾਕੀ ਪਤਵੰਤੇ ਸਿੱਖਾਂ ਨੂੰ ਨਾਲ ਲੈ ਕੇ ਆਪਣੇ ਆਪਣਿਆਂ ਘੋੜਿਆਂ ਤੇ ਇਸ ਪਹਾੜੀ ਇਲਾਕੇ ਵਿੱਚ ਇੱਧਰ ਉੱਧਰ ਸੈਰ ਜਾਂ ਸ਼ਿਕਾਰ ਲਈ ਚਲੇ ਗਏ ਸਨ। ਸੋਤ ਭਈ ਸੁਧ ਸ੍ਰੀ ਗੁਰੂ ਕਾਰ ਕੀ, ਨੀਰ ਨਵੀਨ ਕੋ ਨਾਰੋ ਚਲਾਏ। ਜਦੋਂ ਇਹ ਖਬਰ ਗੁਰਮੁਖੋ ਗੁਰੂ ਕੇ ਲਾਹੌਰ ਦੇ ਨਗਰ ਨਿਵਾਸੀ ਮਾਈ ਭਾਈ ਬਿਰਧ ਬੱਚਿਆਂ ਬਜ਼ੁਰਗਾਂ ਤੱਕ, ਨਗਰ ਨਿਵਾਸੀਆਂ ਤੱਕ ਪੁੱਜੀ ਹੈ ਨਾ ਕਿ ਮਹਾਰਾਜ ਪਾਤਸ਼ਾਹ ਨੇ ਕਿਰਪਾ ਕਰਕੇ ਇੱਥੇ ਨਿਰਮਲ ਨੀਰ ਦਾ ਚਸ਼ਮਾ ਵਹਾ ਦਿੱਤਾ ਆ, ਤੋ ਜਦੋਂ ਇਹ ਖਬਰ ਨਗਰ ਨਿਵਾਸੀਆਂ ਤੱਕ ਪੁੱਜੀ ਹੈ ਤਾਂ ਤੀਨ ਪ੍ਰਹਾਰ ਤੇ ਧਾਰ ਚੱਲੀ, ਸੁਨ ਕੈ ਨਰ ਨਾਰ ਸਭੈ ਬਿਸਮਾਏ। ਸਾਰੇ ਨਗਰ ਨਿਵਾਸੀ ਬੜੇ ਹੈਰਾਨ ਹੋਏ ਕਿ ਗੁਰੂ ਪਾਤਸ਼ਾਹ ਜੀ ਨੇ ਜ਼ਮੀਨ ਵਿੱਚ ਵਰਸ਼ਾ ਗੱਡ ਕੇ ਇਥੋਂ ਨਿਰਮਲ ਜਲ ਜਿਹੜਾ ਹੈ ਉਹਦਾ ਚਸ਼ਮਾ ਲਾ ਦਿੱਤਾ ਹੈ। ਜਾਤ ਬਿਲੋਕਨ ਲੋਕ ਅਨੇਕ, ਵਿਵੇਕ ਨਿਧਾਨ ਕੋ ਕੌਤਕ ਗਾਏ। ਇਸ ਤਰ੍ਹਾਂ ਜਾ ਕੇ ਨਗਰ ਨਿਵਾਸੀ ਸੰਗਤਾਂ ਉਸ ਸਥਾਨ ਤੇ ਦਰਸ਼ਨ ਕਰਦੀਆਂ ਜਿੱਥੇ ਮੇਰੇ ਸਤਿਗੁਰਾਂ ਨੇ ਨਿਰਮਲ ਜਲ ਦਾ ਇੱਕ ਨਹੀਂ ਬਲਕਿ 3 ਚਸ਼ਮੇ ਲਾਏ ਸਨ। ਉਹ ਇਸ਼ਨਾਨ ਕਰੈ ਅਚਮਾਨ ਕੋ, ਦੇਖ ਵਿਸ਼ੇਖ ਭਨੈ ਬਲਵੰਤੇ। ਇਸ ਤਰ੍ਹਾਂ ਕੋਈ ਜਾ ਕੇ ਉੱਥੇ ਇਸ਼ਨਾਨ ਕਰ ਰਿਹਾ ਹੈ, ਕੋਈ ਬਸਤਰ ਧੋ ਰਿਹਾ ਹੈ, ਕੋਈ ਕੁਛ ਤੇ ਕੋਈ ਕੁਛ। ਬੜੀ ਭਾਰੀ ਰੌਣਕ ਲੱਗੀ ਉਸ ਅਸਥਾਨ ਤੇ। ਪੂਰਨ ਸ਼੍ਰੀ ਪ੍ਰਭ ਦੀਨ ਪੈ ਦਿਆਲ, ਹੋਤਿਓ ਜਨ ਰਾਵਨ ਜੁੱਧ ਕਰਨ ਤੇ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਮੇਰੇ ਦੀਨ ਦੁਨੀਆ ਦੇ ਦਿਆਲੂ ਸਤਿਗੁਰੂ ਆਪਣੀਆਂ ਬਖਸ਼ਿਸ਼ਾਂ ਇਸ ਪਵਿੱਤਰ ਪਾਵਨ ਨਗਰੀ ਅੰਦਰ ਗੁਰੂ ਕੇ ਲਾਹੌਰ ਇਸ ਕਦਰ ਵਰਤਾ ਰਹੇ ਸਨ। ਰਛ ਕਰੀ ਪ੍ਰਹਿਲਾਦ ਕੀ ਆਪ, ਭਇਓ ਨਰ ਸੰਗ ਸੋ ਦੈਤ ਕੋ ਹੰਤੇ। ਮੇਰੇ ਸਤਿਗੁਰੂ ਸਾਹਿਬ ਉਹ ਨੇ ਪ੍ਰਮਾਤਮਾ ਦੇ ਰੂਪ ਜਿਨ੍ਹਾਂ ਨੇ ਹਰਨਾਕਸ਼ ਦੇ ਕੋਲੋਂ ਪ੍ਰਹਿਲਾਦ ਦੀ ਆਪ ਰੱਖਿਆ ਕੀਤੀ ਸੀ। ਕਿਆ ਇਨਕੇ ਬਲ ਕੋ ਪਰਮਾਨ ਹੈ, ਤੀਨੋਂ ਲੋਕ ਪਤੀ ਭਗਵੰਤੇ। ਇਸ ਤਰ੍ਹਾਂ ਮੇਰੇ ਸਤਿਗੁਰਾਂ ਦੀ ਤਾਕਤ, ਗੁਰੂ ਦਾ ਬਲ ਤਿੰਨਾਂ ਲੋਕਾਂ ਵਿੱਚ ਹੀ ਪ੍ਰਤੱਖ ਨਜ਼ਰ ਆਉਂਦਾ ਹੈ। ਆਵਤ ਹੈ ਇਕ ਧਾਵਤ ਜਾਵਤ, ਗਾਵਤ ਕੀਰਤ ਪਾਵਨ ਕੋ। ਇੱਕ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆ ਰਿਹਾ ਹੈ, ਇੱਕ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਕੀ ਕੀਰਤੀ ਕਰਦਾ ਹੋਇਆ ਵਾਪਸ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਜਾ ਰਿਹਾ ਹੈ। ਭਾਈ ਸਾਹਿਬ ਦੇ ਕਥਨ ਮੁਤਾਬਕ ਕਿ ਕੋਈ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਗੁਰੂ ਕੇ ਲਾਹੌਰ ਆ ਰਿਹਾ ਆ ਤੇ ਕੋਈ ਦਰਸ਼ਨ ਦੀਦਾਰ ਕਰਕੇ ਲਾਹੌਰੋਂ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਵਾਪਸ ਜਾ ਰਿਹਾ ਹੈ। ਏਤਕ ਬਾਸਰ ਕੀਨ ਮੁਕਾਮ, ਸੋ ਸੰਗਤ ਕੇ ਹਰ ਖਾਵਨ ਕੋ। ਇਸ ਤਰ੍ਹਾਂ ਮੇਰੇ ਸਤਿਗੁਰੂ ਸਾਹਿਬ ਜੀ ਨੇ ਕਈ ਦਿਨ ਨਿਰੰਤਰ ਗੁਰੂ ਕੇ ਲਾਹੌਰ ਵਿੱਚ ਆਪਣਾ ਮੁਕਾਮ ਟਿਕਾਣਾ ਰੱਖਿਆ ਸੀ। ਕੌਤਕ ਹੋਤ ਬਿਲੋਕਤ ਲੋਕ, ਪ੍ਰਮੋਦ ਗੁਰੂ ਗੁਣ ਗਾਵਨ ਕੋ। ਇਸ ਤਰ੍ਹਾਂ ਸੰਗਤਾਂ ਮੇਰੇ ਸਤਿਗੁਰੂ ਸਾਹਿਬ ਜੀ ਦੀਆਂ ਰਹਿਮਤਾਂ, ਗੁਰੂ ਕੀਆਂ ਬਖਸ਼ਿਸ਼ਾਂ ਦੇ ਸੰਗਤਾਂ